ਦੋਸਤੋ ਲਸ਼ਕਰਾ ਪ੍ਰੋਗਰਾਮ ਦੇ ਵਿੱਚ ਅਸੀਂ ਸਮੇਂ-ਸਮੇਂ ਤੇ ਬਹੁਤ ਵਧੀਆ ਆਰਟਿਸਟ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਕਲਾਕਾਰਾਂ ਨੂੰ, ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਜਿਨ੍ਹਾਂ ਦੀ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਕੋਈ ਨਾ ਕੋਈ ਦੇਣ ਰਹੀ ਹੈ। ਅੱਜ ਉਸ ਅਦਾਕਾਰਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਜੋ ਕਿ ਹੁਸਨ ਅਤੇ ਕਲਾ ਦਾ ਸੁਮੇਲ ਹੈ। ਆਪ ਸਾਰਿਆਂ ਦੀ ਚਹੇਤੀ ਅਭਿਨੇਤਰੀ ਮੈਂਡੀ ਤੱਖਰ, ਸਭ ਤੋਂ ਪਹਿਲਾਂ ਅਸੀਂ ਜੀ ਕਹਿੰਦੇ ਹਾਂ, ਸਵਾਗਤ ਤੁਹਾਡਾ ਜੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂਡੀ, ਬਹੁਤ ਸਾਰੇ ਤੁਸੀਂ ਫਿਲਮਾਂ ਦੇ ਵਿੱਚ ਕੰਮ ਕੀਤਾ ਜੀ। ਆਮ ਸਾਡੇ ਪਰਿਵਾਰ ਤੁਹਾਨੂੰ ਜਾਣਦੇ ਨੇ ਕਿ ਮੈਂਡੀ ਇੱਕ ਬਹੁਤ ਵਧੀਆ ਐਕਟਰਸ ਆ ਜੀ, ਪਰ ਤੁਹਾਡੀ ਲਾਈਫ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹਾਂਜੀ ਕਿ ਅਸਲ ਵਿੱਚ ਮੈਂਡੀ ਦਾ ਪਿਛੋਕੜ ਕੀ ਹੈ। ਮੈਂਡੀ ਨੇ ਆਪਣੀ ਸਟਾਰਟਿੰਗ ਕਿੱਥੋਂ ਕੀਤੀ ਆ, ਮੈਂਡੀ ਬੋਰਨ ਕਿੱਥੇ ਹੋਈ ਆ ਜੀ? ਕਿਉਂਕਿ ਆਮ ਤਾਂ ਲੱਗਦਾ ਕਿ ਵੀ ਸ਼ਾਇਦ ਵੀ ਫਗਵਾੜੇ ਤੋਂ ਹੀ ਆ ਜੀ, ਪਰ ਜਿਹੜੀ ਅਸਲੀ ਸਟੋਰੀ ਹੈਗੀ ਹੈ, ਸਾਨੂੰ ਉਹਦੇ ਬਾਰੇ ਦੱਸੋ। ਸ਼ੁਰੂਆਤ ਕਰੀਏ ਆਪਾਂ ਇੰਗਲੈਂਡ ਤੋਂ। ਓਕੇ, ਸੋ ਮੇਰਾ ਜਨਮ ਤੇ ਪਰਵਰਿਸ਼ ਇੰਗਲੈਂਡ ਦੀ ਹੈ। ਸੋ ਇੱਕ ਸਿਟੀ ਹੈ ਬਰਮਿੰਗਹਮ ਦੇ ਕੋਲ, ਵੈਸਟ ਮਿਡਲੈਂਡਸ ਵਿੱਚ, ਵੁਲਵਰਹੈਂਪਟਨ ਹੈ ਨਾਮ ਸਿਟੀ ਦਾ। ਸੋ ਮੇਰਾ ਉੱਥੇ ਦਾ ਜਨਮ ਹੈ, ਉੱਥੇ ਦੀ ਪਰਵਰਿਸ਼ ਹੈ, ਉੱਥੇ ਹੀ ਸਟੱਡੀਜ਼ ਕੀਤੀਆਂ। ਐਂਡ ਫਿਰ ਮੈਂ ਲੰਡਨ ਸ਼ਿਫਟ ਹੋ ਗਈ ਸੀ। ਉੱਥੇ ਮੈਂ ਡਰਾਮਾ ਸਟੱਡੀਜ਼ ਕਿੰਗਸਟਨ ਅਪਨ ਟੈਮਸ ਯੂਨੀਵਰਸਿਟੀ ਡਰਾਮਾ ਸਟੱਡੀਜ਼ ਕੀਤੀ ਨੇ। ਐਂਡ ਅਗਰ ਮੇਰਾ ਪਿਛੋਕੜ ਤੁਸੀਂ ਜਾਣਨਾ ਚਾਹੁੰਦੇ ਆ ਦੈਨ ਸਾਡਾ ਮੇਰੇ ਫਾਦਰ ਸਾਹਿਬ ਦਾ ਪਿੰਡ ਦਾਦਿਆਂ ਦਾ ਪੜਦਾਦਿਆਂ ਦਾ ਇਜ਼ ਸ਼ੰਕਰ ਹਾਂਜੀ ਸ਼ੰਕਰ। ਐਂਡ ਦੈਨ ਉਹਨਾਂ ਨੇ ਜ਼ਮੀਨ ਲੈ ਲਈ ਹੈ ਮੇਲੀਆਣਾ। ਹਾਂਜੀ, ਸੋ ਮੇਲੀਆਣਾ ਸੈਟਲ ਹੋ ਗਏ ਸੀ। ਐਂਡ ਲੰਬੜਦਾਰਾਂ ਦੀ ਕੁੜੀਆਂ ਮੈਂ ਫਰੋਮ ਮੇਲੀਆਣਾ। ਸੋ ਤਾਂ ਮੈਨੂੰ ਹਰ ਇੱਕ ਮੂਵੀ ਵਿੱਚ ਉਹ ਲੰਬੜਦਾਰਾਂ ਦੀ ਕੁੜੀ ਬਣਾ ਦਿੰਦੇ ਨੇ। ਐਂਡ I mean, I think ਆਪਣੀ ਮਮ ਡੈਡ ਨਾਲੋਂ ਜ਼ਿਆਦਾ ਪਿੰਡ ਮੈਂ ਜਾਂਦੀ ਹਾਂ ਆਪਣੇ ਮੇਲੀਆਣਾ। ਸੋ ਜੇ ਇੰਗਲੈਂਡ ਦੇ ਵਿੱਚ ਤੁਸੀਂ ਕਿੰਨਾ ਟਾਈਮ ਬਤੀਤ ਕੀਤਾ? ਮੈਨੂੰ ਪਤਾ ਹੁਣ ਵੀ ਤੁਸੀਂ ਇੰਗਲੈਂਡ ਜਾਂਦੇ ਰਹਿੰਦੇ ਹੋ। ਹਾਂਜੀ, ਮੈਂ ਆਉਂਦੀ ਜਾਂਦੀ ਰਹਿੰਦੀ ਹਾਂ, ਯੂ ਨੋ। ਸੋ ਰਫਲੀ ਮੈਂ ਮਿਡ 20s ਸੀ ਜਦੋਂ when I shifted from England to India। ਫਿਰ ਮੈਂ ਪਰਸੂ ਕੀਤਾ ਆਪਣਾ ਕਰੀਅਰ, ਯੂ ਨੋ। ਐਂਡ ਉਹੀ ਸਟੋਰੀ ਹੈ, ਮਤਲਬ ਨਾ ਜਾਣ ਨਾ ਪਹਿਚਾਣ, ਸੂਟਕੇਸ ਚੱਕਿਆ ਬਸ ਤੁਰ ਗਏ ਬਸ। ਤੇ ਫਿਰ ਉਸ ਤੋਂ ਬਾਅਦ ਮੀਟਿੰਗਸ ਐਂਡ ਜੋ ਤੁਸੀਂ ਕਰਦੇ ਹੋ ਇੱਕ ਨਵੀਂ ਕੰਟਰੀ ਵਿੱਚ ਜਾ ਕੇ, ਯੂ ਨੋ, ਮੀਟਿੰਗਸ ਕੀਤੀਆਂ, ਆਡੀਸ਼ਨਸ ਕੀਤੇ। ਐਂਡ ਬਾਈ ਚਾਂਸ ਮੈਂ ਇੱਕ ਆਡੀਸ਼ਨ ਲਈ ਗਈ ਸੀ ਕੋਈ ਕਮਰਸ਼ੀਅਲ ਲਈ, ਹੈਅਰ ਆਇਲ ਕਮਰਸ਼ੀਅਲ ਲਈ। ਤੇ ਉਹਨਾਂ ਨੇ ਮੈਨੂੰ ਪੁੱਛਿਆ ਪੰਜਾਬੀ ਹੋ? ਹਾਂਜੀ। ਬੋਲਦੇ ਹੋ? ਹਾਂਜੀ। ਆਡੀਸ਼ਨ ਕਰੋਗੇ ਪੰਜਾਬੀ ਫਿਲਮ ਲਈ? ਆਈ ਵਾਜ਼ ਲਾਈਕ ਆਫ ਕੋਰਸ। ਸੋ ਉਹ ਫਿਰ ਮੈਂ ਫਿਲਮ ਦਾ ਆਡੀਸ਼ਨ ਦਿੱਤਾ ਤੇ ਮੈਨੂੰ ਫਿਲਮ ਏਕਮ ਮਿਲੀ ਅਤੇ ਮੈਂ ਬੱਬੂ ਮਾਨ ਦੀ। ਹਾਂਜੀ, ਤੇ ਬਹੁਤ ਹੀ ਪਿਆਰਾ ਸਬਜੈਕਟ ਸੀ। ਐਂਡ ਮੈਨੂੰ ਉਹਨਾਂ ਦਿਨਾਂ ਵਿੱਚ ਦਿਲਚਸਪੀ ਵੀ ਸੀ ਉਸ ਸਬਜੈਕਟ ਵਿੱਚ, ਯੂ ਨੋ। ਫਾਰਮਰਸ ਤੇ ਸੀ ਕਿ ਕਿੱਦਾਂ ਫਾਰਮਰਸ ਕਿਸਾਨ ਸੁਇਸਾਈਡ ਕਰ ਲੈਂਦੇ ਨੇ ਐਂਡ ਕਿਵੇਂ, ਯੂ ਨੋ, ਆੜਤੀਆਂ ਦੇ ਚੱਕਰਾਂ ਵਿੱਚ ਪੈ ਕੇ ਕਿਵੇਂ ਉਹ ਇੰਨੇ ਕਰਜ਼ੇ ਵਿੱਚ ਡੁੱਬ ਜਾਂਦੇ ਨੇ ਕਿ ਉਹਨਾਂ ਕੋਲ ਕੋਈ ਮੀਨ ਇਹ ਤਾਂ ਨਹੀਂ ਕਹਿ ਸਕਦੇ ਚੋਇਸ ਹੀ ਨਹੀਂ ਹੁੰਦੀ, ਪਰ ਜਦੋਂ ਇੰਨਾ ਉਹਨਾਂ ਨਾਲ ਕੁਛ ਹੋ ਜਾਂਦਾ ਤਾਂ ਉਹਨਾਂ ਦੀ ਫੈਮਲੀਜ਼ ਇੰਨੀਆਂ ਸਫਰ ਕਰਦੀਆਂ ਨੇ, ਯੂ ਨੋ। ਸੋ ਇੱਕ ਬਹੁਤ ਹੀ ਰੈਲੇਵੈਂਟ ਆਈ ਥਿੰਕ ਸਬਜੈਕਟ ਸੀ। ਐਂਡ ਆਈ ਥਿੰਕ ਆਈ ਫੈਲਟ ਮੈਂ ਬਹੁਤ ਲੱਕੀ ਫੀਲ ਕਰ ਰਹੀ ਸੀ ਕਿ ਮੈਂ ਇੱਦਾਂ ਦੇ ਵਧੀਆ ਸਬਜੈਕਟ ਦਾ ਇੱਕ ਹਿੱਸਾ ਬਣ ਰਹੀ ਹਾਂ। ਐਂਡ ਲੱਕਲੀ ਲੋਕਾਂ ਨੇ, ਹਾਲਾਂਕਿ ਮੈਨੂੰ ਲੱਗਦਾ ਕਿ ਜਦੋਂ ਮੈਂ ਲਾਈਕ ਲੁੱਕ ਬੈਕ ਕਰਦੀ ਹਾਂ ਐਂਡ ਆਈ ਵਾਜ਼ ਲਾਈਕ ਕੀ ਐਕਟਿੰਗ ਕਰ ਰਹੀ ਸੀ ਮੈਂ, ਕੀ ਕਰ ਰਹੀ ਹਾਂ ਨਾ, ਕੈਮਰਾ ਵੱਲ ਦੇਖ ਰਹੀ ਹਾਂ, ਬਿਕੋਜ਼ ਨਹੀਂ ਪਤਾ ਹੁੰਦਾ, ਯੂ ਨੋ, ਕੈਮਰਾ ਫੇਸਿੰਗ ਐਂਡ ਸਾਰੇ ਸ਼ਾਟਸ ਕਿੱਦਾਂ ਲੈਂਦੇ ਨੇ, ਟੈਕਨੀਕਲ ਕੁਛ ਨਹੀਂ ਪਤਾ ਹੁੰਦਾ, ਉੱਪਰੋਂ ਛੇਤੀ ਬੋਲਣਾ ਬਿਕੋਜ਼ ਤੁਸੀਂ ਨਰਵਸ ਹੁੰਦੇ ਹੋ, ਯੂ ਨੋ। ਸੋ ਬਟ ਫਿਰ ਵੀ ਲੋਕਾਂ ਨੇ, ਯੂ ਨੋ, ਆਈ ਥਿੰਕ ਕਿਉਂਕਿ ਇੱਕ ਗੱਲ ਸੀ ਕਿ ਸਿੰਸੀਅਰ ਸੀ ਕਿ ਮੈਂ ਕੰਮ ਕਰਨਾ ਚਾਹੁੰਦੀ ਹਾਂ, ਯੂ ਨੋ। ਐਂਡ ਆਈ ਡੋਂਟ ਥਿੰਕ ਕਿ ਮੈਂ ਪਹਿਲਾਂ ਤੋਂ ਹੀ ਇੱਕ ਬਿਹਤਰੀਨ ਐਕਟਰੈਸ ਰਹੀ ਹਾਂ। ਮੈਨੂੰ ਟਾਈਮ ਲੱਗਿਆ ਆਪਣੀ ਕਲਾ ਨੂੰ, ਹਾਂਜੀ, ਸਿੱਖਣ ਵਾਸਤੇ ਐਂਡ ਲੱਭਣ ਵਾਸਤੇ ਐਂਡ ਰਿਲੈਕਸ ਰਹਿਣ ਵਾਸਤੇ। ਹਾਂਜੀ। ਤੇ ਜਦੋਂ ਤੁਸੀਂ ਇੰਗਲੈਂਡ ਵਿੱਚ ਸੀਗੇ ਜੀ, ਕੀ ਤੁਹਾਨੂੰ ਫਿਲਮ ਵਗੈਰਾ ਦਾ ਪਹਿਲਾਂ ਸ਼ੌਕ ਸੀਗਾ ਜਾਂ ਕੋਈ ਕਦੇ ਮਿਊਜ਼ਿਕ ਵੀਡੀਓ ਵਗੈਰਾ ਵੀ ਕੀਤੀ ਹੈ ਜਾਂ ਸਿੱਧਾ ਫਿਲਮਾਂ ਦੇ ਵਿੱਚ ਹੀ? ਕੁਛ ਨਹੀਂ, ਮੈਨੂੰ ਬਸ ਇਹੀ ਹੁੰਦਾ ਸੀ ਕਿ ਮੈਂ ਵੱਡੀ ਹੋ ਕੇ ਹੀਰੋਇਨ ਬਣਨਾ ਹੈ। ਹਾਂਜੀ, ਔਰ ਇਹਦੀ ਹੁਣ ਵਜ੍ਹਾ ਨਹੀਂ ਮੈਨੂੰ ਪਤਾ ਬਿਕੋਜ਼ ਪੈਸ਼ਨ ਦੀ ਮੈਨੂੰ ਨਹੀਂ ਲੱਗਦਾ ਵਜ੍ਹਾ ਕੋਈ ਹੁੰਦੀ ਹੈ। ਬਸ ਯੂ ਜਸਟ ਬੋਰਨ ਐਂਡ ਕੋਈ ਹੁੰਦਾ ਕਿ ਮੈਂ ਵੱਡਾ ਹੋ ਕੇ ਡਾਕਟਰ ਹੀ ਬਣਨਾ ਹੈ, ਮੈਂ ਵੱਡਾ ਹੋ ਕੇ ਆ ਹੀ ਕੰਮ ਕਰਨਾ ਹੈ। ਮੈਨੂੰ ਇਹ ਸੀਗਾ ਕਿ ਮੈਂ ਵੱਡੀ ਹੋ ਕੇ ਹੀਰੋਇਨ ਹੀ ਬਣਨਾ, ਮੈਂ ਐਕਟਰ ਹੀ ਬਣਨਾ ਹੈ। ਸੋ ਤੁਹਾਡੇ ਜਿਹੜੀ ਫੈਮਿਲੀ ਸੀਗੀ, ਫੈਮਿਲੀ ਸਪੋਰਟ ਪੂਰੀ ਰਹੀ ਹੈ ਜਾਂ ਤੁਸੀਂ ਸੀ? ਮੈਂ ਇੱਕ ਮਤਲਬ ਬਹੁਤ ਹੀ ਆਈ ਵੁੱਡ ਸੇ ਕੰਜ਼ਰਵੇਟਿਵ
ਕੰਜ਼ਰਵੇਟਿਵ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਐਂਡ ਸਾਡੇ ਮਤਲਬ ਜਿਹੜੀ ਮੇਰੀ ਜਨਰੇਸ਼ਨ ਹੈ ਸਾਰਿਆਂ ਨੇ ਬਹੁਤ ਵਧੀਆ ਕੀਤਾ ਹੈ ਮਤਲਬ ਕੋਈ ਡੈਂਟਿਸਟ ਹੈ ਕੋਈ ਲਾਇਰ ਹੈ ਕੋਈ ਅਕਾਊਂਟੈਂਟ ਹੈ ਸੋ ਯੂ نو ਲਾਈਕ ਆਈ ਕੁਡ ਸੇ ਕਿ ਜਿੱਦਾਂ ਸਾਡੇ ਬਾਪ ਦਾਦਾ ਉੱਥੇ ਗਏ ਸੀਗੇ ਉਹਨਾਂ ਨੇ ਫੈਕਟਰੀਆਂ ਵਿੱਚ ਕੰਮ ਕੀਤਾ ਐਂਡ ਬਹੁਤ ਹੀ ਮਜ਼ਦੂਰੀ ਕਰਕੇ ਪੈਸਾ ਕਮਾਇਆ ਯੂ نو ਐਂਡ ਦੈਨ ਲੇਟਰ ਔਨ ਮਮ ਡੈਡ ਨੇ ਬਿਜ਼ਨਸ ਲਿਆ ਉਹ ਕਾਫੀ ਲੇਟਰ ਔਨ ਯੂ نو ਲਾਈਕ ਐਂਡ ਦੈਨ ਸਾਡੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੇ ਬਿਹਤਰੀਨ ਕੀਤਾ ਕਿ ਸਾਰੇ ਪੜ੍ਹੇ ਲਿਖੇ ਨੇ ਤੇ ਸਾਰਿਆਂ ਨੇ ਆਈ ਵੁੱਡ ਸੇ ਕਾਰਪੋਰੇਟ ਵਰਲਡ ਵਿੱਚ ਸਾਰੇ ਬਹੁਤ ਬਿਹਤਰੀਨ ਕਰ ਰਹੇ ਨੇ ਐਂਡ ਮੈਨੂੰ ਲਾਈਕ ਹੁਣ ਸਪੋਰਟ ਹੈ ਕਾਫੀ ਕਿਉਂਕਿ ਹੁਣ ਪ੍ਰਾਊਡ ਹੈ ਪੂਰੀ ਫੈਮਿਲੀ ਬਟ ਡੈਫੀਨਿਟਲੀ ਪਰ ਉਸ ਵਕਤ ਨਹੀਂ ਸੀ ਉਸ ਵਕਤ ਅਸੀਂ ਮਮ ਦੀ ਹਮੇਸ਼ਾ ਸਪੋਰਟ ਰਹੀ ਹੈ ਕਿ ਤੁਸੀਂ ਖੁਸ਼ ਰਹੋ ਕਿਉਂਕਿ ਮੈਂ ਆ ਫੈਮਿਲੀ ਵਿੱਚ ਤੇ ਮੇਰੀਆਂ 2 ਛੋਟੀਆਂ ਭੈਣਾਂ ਨੇ ਸੋ ਉਹ ਇਦਾਂ ਨਹੀਂ ਕਦੇ ਚਾਹੁੰਦੇ ਸੀ ਐਂਡ ਡੈਡ ਵੀ ਵਧੀਆ ਨੇ ਲਾਈਕ ਇਨ ਦ ਸੈਂਸ ਕਿ ਇਦਾਂ ਨਹੀਂ ਕਦੇ ਉਹ ਚਾਹੁੰਦੇ ਸੀ ਕਿ ਅਸੀਂ ਉਹਨਾਂ ਨੂੰ ਕਦੇ ਅਲਾਂਭਾ ਦਈਏ ਕਿ ਅਸੀਂ ਕੁੜੀਆਂ ਕਰਕੇ ਤੁਸੀਂ ਫਰਕ ਕਰ ਰਹੇ ਹੋ ਜਾਂ ਫਿਰ ਸਾਨੂੰ ਲਿਟਰਲੀ ਕਿਉਂਕਿ ਅਸੀਂ 3 ਭੈਣਾਂ ਆਈਆਂ ਸਾਨੂੰ ਉਹ ਹਰ ਇੱਕ ਹੱਕ ਦਿੱਤਾ ਹੈ ਸ਼ਾਇਦ ਜੋ ਇੱਕ ਮੁੰਡੇ ਨੂੰ ਦਿੱਤਾ ਹੋਵੇ ਸੋ ਇਸ ਲਈ ਮੈਂ ਆਪਣੇ ਮਮ ਡੈਡ ਨੂੰ ਨਾਟ ਓਨਲੀ ਕਿ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਪਰ ਮੈਨੂੰ ਬਹੁਤ ਮਾਣ ਹੈ ਗਰਵ ਹੈ ਕਿ ਉਹ ਮੇਰੇ ਮਾਂ-ਬਾਪ ਹੈ ਕਿਉਂਕਿ ਜੇ ਉਹ ਨਾ ਹੁੰਦੇ ਤਾਂ ਉਹਨਾਂ ਦਾ ਐਟੀਟਿਊਡ ਇੰਨੀ ਲਿਬਰਲ ਥਿੰਕਿੰਗ ਨਾ ਹੁੰਦੀ ਜਾਂ ਉਹ ਇੰਨੇ ਪੋਜ਼ਿਟਿਵ ਨਾ ਹੁੰਦੇ ਸ਼ਾਇਦ ਮੇਰੇ ਵਿੱਚ ਇੰਨੀ ਹਿੰਮਤ ਹੀ ਨਹੀਂ ਹੋਣੀ ਸੀ ਕਿ ਮੈਂ ਜ਼ਿੰਦਗੀ ਵਿੱਚ ਕੁਝ ਕਰ ਸਕਾਂ ਬਿਕਾਜ਼ ਜਦੋਂ ਮਾਂ-ਬਾਪ ਵੀ ਤੁਹਾਨੂੰ ਸਪੋਰਟ ਨਾ ਕਰਨ ਜਾਂ ਫਿਰ ਮਾਂ-ਬਾਪ ਵੀ ਤੁਹਾਨੂੰ ਥੱਲੇ ਲਾਈ ਜਾਣਾ ਨਾ ਫਿਰ ਤੁਹਾਡੀ ਹਾਂ ਕਿਉਂਕਿ ਉਹ ਜੋ ਵੀ ਆਈ ਥਿੰਕ ਮਾਂ-ਬਾਪ ਤੁਹਾਨੂੰ ਕਹਿੰਦਾ ਆ ਉਹ ਤੁਹਾਡੀ ਇਨਰ ਵੌਇਸ ਬਣ ਜਾਂਦੀ ਆ ਉਹੀ ਤੁਸੀਂ ਬਿਲੀਵ ਕਰਨਾ ਸ਼ੁਰੂ ਕਰ ਦਿੰਦੇ ਹੋ ਐਂਡ ਮਮ ਐਂਡ ਡੈਡ ਤੋਂ ਹਰ ਇੱਕ ਬੱਚੇ ਲਈ ਅਪਰੂਵਲ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੁਹਾਨੂੰ ਇਹੀ ਹੁੰਦਾ ਹੈ ਕਿ ਕੋਈ ਹੋਰ ਨਾਰਾਜ਼ ਹੋ ਜਾਵੇ ਕੋਈ ਗੱਲ ਨਹੀਂ ਬਟ ਮਾਂ-ਬਾਪ ਨਾਰਾਜ਼ ਨਾ ਹੋਣ ਨਾ ਤੁਹਾਨੂੰ ਇੱਕ ਡਰ ਜਿਹਾ ਲੱਗਦਾ ਰਹਿੰਦਾ ਹਮੇਸ਼ਾ ਸੋ ਯੈਸ ਆਈ ਮੀਨ ਸਪੋਰਟ ਸੀ ਬਟ ਇੱਕ ਟਾਈਮ ਲਿਮਿਟ ਦਿੱਤਾ ਸੀ ਮੈਨੂੰ ਮੇਰੇ ਫਾਦਰ ਸਾਹਿਬ ਨੇ ਕਿ ਤੁਸੀਂ 1 ਸਾਲ ਟਰਾਈ ਕਰੋ ਐਂਡ ਜੇ ਤੁਹਾਨੂੰ ਕੰਮ ਨਹੀਂ ਮਿਲਿਆ ਫਿਰ ਵਾਪਸ ਆ ਜਾਓ ਸੋ ਮੇਰਾ 1 ਸਾਲ ਪੂਰਾ ਹੋਣ ਲੱਗਾ ਸੀ ਆਈ ਥਿੰਕ 6-7ਵੇਂ ਮਹੀਨੇ 'ਚ ਸੀ ਮੈਂ ਐਂਡ ਮੈਨੂੰ ਫਿਲਮ ਮਿਲ ਗਈ ਸੀ ਤੇ ਫਿਰ ਮੈਂ ਆਪਣੇ ਫਾਦਰ ਨੂੰ ਉੱਥੋਂ ਇੰਗਲੈਂਡ ਤੋਂ ਬੁਲਾਇਆ 1 ਹਫ਼ਤਾ ਮਮ ਡੈਡ ਦੋਨੋਂ ਮੇਰੇ ਨਾਲ ਸੈੱਟ ਤੇ ਰਹੇ ਐਂਡ ਸਭ ਤੋਂ ਲੱਕੀ ਗੱਲ ਮੇਰੇ ਲਈ ਸੀ ਕਿ ਮੇਰੇ ਫਾਦਰ ਮਿਊਜ਼ਿਕ ਤੇ ਬਹੁਤ ਸ਼ੌਕੀਨ ਹੈ ਤੇ ਬੱਬੂ ਮਾਨ ਦੇ ਗਾਣਿਆਂ ਦੇ ਬਹੁਤ ਸ਼ੌਕੀਨ ਸੀ ਸੋ ਉਹਨਾਂ ਨੂੰ ਤਾਂ ਜਦੋਂ ਮੈਂ ਉਹਨਾਂ ਨਾਲ ਮਿਲਾ ਦਿੱਤਾ ਉਹ ਇੰਨੇ ਖੁਸ਼ ਸੀ ਤੇ ਬੱਬੂ ਮਾਨ ਜੀ ਵੀ ਬਹੁਤ ਗ੍ਰੇਸ਼ੀਅਸ ਸੀ ਸਾਡੇ ਪਿੰਡ ਆਏ ਸਾਡੇ ਨਾਲ ਲੰਚ ਕੀਤਾ ਸੋ ਇਟ ਵਰਕਡ ਆਊਟ ਵੈਲ ਬਟ ਹਾਲਾਂਕਿ ਹਜੇ ਵੀ ਉਹਨਾਂ ਨੂੰ ਫਿਕਰ ਰਹਿੰਦਾ ਹੈ ਕਿ ਲਾਈਕ ਤੂੰ ਇੰਡੀਆ ਹੀ ਸੈਟਲ ਹੋ ਗਈ ਆ ਤੂੰ ਯੂ نو ਮਤਲਬ ਕਮ ਬੈਕ ਯੂ نو ਐਂਡ ਆਮ ਲਾਈਕ ਨਹੀਂ ਮੈਂ ਠੀਕ ਆ ਮੈਂ ਖੁਸ਼ ਆ ਨਹੀਂ ਬਹੁਤ ਵਧੀਆ ਗੱਲ ਹੈ ਜੀ ਅਕਸਰ ਬਾਲੀਵੁੱਡ ਦੀਆਂ ਫਿਲਮਾਂ ਦੀ ਗੱਲ ਕਰੀਏ ਜਾਂ ਅਸੀਂ ਬਾਲੀਵੁੱਡ ਫੀਲਡ ਦੀ ਗੱਲ ਕਰੀਏ ਜਾਂ ਪੰਜਾਬੀ ਫੀਲਡ ਦੀ ਗੱਲ ਕਰੀਏ ਜੀ ਇੱਕ ਕਈ ਵਾਰੀ ਇੱਕ ਗੱਲ ਫਿਕਰ ਲੱਗ ਜਾਂਦਾ ਸਾਰੇ ਪਰਿਵਾਰਾਂ ਨੂੰ ਕਿ ਬਹੁਤ ਸਾਰੇ ਸਾਡੀਆਂ ਜਿਹੜੀ ਐਕਟਰਸਿਸ ਹੈਗੀਆਂ ਨੇ ਜਾਂ ਜਿਹੜੀਆਂ ਵੀ ਕੁੜੀਆਂ ਜਾਂਦੀਆਂ ਨੇ ਉਹ ਕਹਿ ਰਹੀਆਂ ਸਾਨੂੰ ਉੱਥੇ ਜਾ ਕੇ ਕੰਪਰੋਮਾਈਜ਼ ਕਰਨਾ ਪੈਂਦਾ ਸੀ ਕੰਪਰੋਮਾਈਜ਼ ਕਿਸੇ ਨੂੰ ਕਰਨਾ ਨਹੀਂ ਪੈਂਦਾ ਉਹ ਤੁਹਾਡੀ ਚੋਇਸ ਹੈ ਯੂ نو ਇੱਕ ਡਿਸੀਜਨ ਹੈ ਮੈਂ ਇਹ ਨਹੀਂ ਕਹਿੰਦੀ ਕਿ ਪੂਰੀ ਗਲਤੀ ਲੜਕੀ ਦੀ ਹੈ ਜੇ ਉਹ ਕੰਪਰੋਮਾਈਜ਼ ਕਰਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਮੇਬੀ ਲੋਕ ਹੀ ਇੰਨੇ ਮੈਨੀਪੂਲੇਟਿਵ ਹੁੰਦੇ ਆ ਕਿ ਬੰਦਾ ਫਸ ਜਾਂਦਾ ਹੈ ਬਟ ਫਿਰ ਵੀ ਜੇ ਤੁਸੀਂ ਇੱਕ ਐਕਟਿੰਗ ਵਰਗਾ ਕਰੀਅਰ ਚੂਜ਼ ਕਰਨਾ ਹੈ ਜਾਂ ਫਿਰ ਤੁਸੀਂ ਆਪਣਾ ਘਰ-ਬਾਰ ਐਂਡ ਯੂ نو ਆਪਣੀ ਕੰਫਰਟ ਤੇ ਸਿਕਿਉਰਿਟੀ ਨੂੰ ਛੱਡ ਕੇ ਕਿਸੇ ਹੋਰ ਦੇਸ਼ ਜਾਂ ਕਿਸੇ ਹੋਰ ਸਿਟੀ ਵਿੱਚ ਜਾ ਕੇ ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਦੈਨ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਸਟਰੋਂਗ ਕਰਕੇ ਆਓ ਔਰ ਆਪਣੇ ਅਸੂਲ ਆਪਣੀ ਇੱਕ ਪਰਸਨੈਲਿਟੀ ਆਪਣੀ ਹਾਂ ਔਰ ਨਾ ਨੂੰ ਕਲੀਅਰ ਰੱਖੋ ਯੂ نو ਐਂਡ ਕਿਸੇ ਲਈ ਵੀ ਮਤਲਬ ਦੇਖੋ ਮਨ ਮਾਰ ਕੇ ਜਾਂ ਫਿਰ ਆਪਣੀ ਇੱਜ਼ਤ ਦਾਂਵ ਤੇ ਲਗਾ ਕੇ ਕੁਛ ਵੀ ਕਰਨਾ ਜ਼ਿੰਦਗੀ ਵਿੱਚ ਇਸ ਪੁਆਇੰਟਲੈਸ ਬੁੱਢੇ ਹੋ ਕੇ ਇੰਨੇ ਰਿਗਰੈਟ ਹੋਣੇ ਆ ਨਾ ਮਤਲਬ ਨੀਂਦ ਨਹੀਂ ਆਉਣੀ ਉਦਾਂ ਹੀ ਬੁੱਢੇ ਹੋਣ ਤੋਂ ਪਹਿਲਾਂ ਹੀ ਮਰ ਜਾਣਾ ਫਿਰ ਤਾਂ ਯੂ نو ਐਟਲੀਸਟ ਤੁਸੀਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਜੀਓ ਬੇਸ਼ੱਕ ਥੋੜਾ ਖਾ ਲਿਓ ਥੋੜਾ ਪਹਿਨ ਲਿਓ ਯੂ نو ਐਂਡ ਥੋੜੇ ਪੈਸੇ ਕਮਾ ਲਿਓ ਲਾਈਕ ਮੈਂ ਸੀਰੀਅਸਲੀ ਮੈਂ ਨਾਮ ਬਹੁਤ ਕਮਾਇਆ ਪਰ ਮੈਂ ਇਦਾਂ ਨਹੀਂ ਕਹਿ ਸਕਦੀ ਕਿ ਮੈਂ ਪੈਸਾ ਬਹੁਤ ਕਮਾਇਆ ਜਾਂ ਫਿਰ ਮੈਨੂੰ ਲਗਜ਼ਰੀਜ਼ ਐਂਡ ਰਿਚਨੈਸ ਬਹੁਤ ਹੈ ਜਿੰਨੀ ਮੈਨੂੰ ਚਾਹੀਦੀ ਹੈ ਉਸ ਤੋਂ ਜ਼ਿਆਦਾ ਹੈ ਯੂ نو ਸੋ ਐਂਡ ਦੈਟ ਆਮ ਸੋ ਬਲੈਸਡ ਬਟ ਐਂਬੀਸ਼ਨ ਹੋਣਾ ਬਹੁਤ ਹੀ ਵਧੀਆ ਗੱਲ ਹੈ ਬਟ ਜੇ ਤੁਹਾਨੂੰ ਆਪਣਾ ਜ਼ਮੀਰ ਮਾਰ ਕੇ ਆਪਣੀ ਖੁਸ਼ੀ ਮਾਰ ਕੇ ਉਸ ਲੈਵਲ ਤੇ ਪਹੁੰਚਣ ਦੀ ਉਹ ਤੁਹਾਨੂੰ ਆਈ ਵੁੱਡ ਸੇ ਕਿ ਕਰੇਜ਼ ਆ ਫਿਰ ਇਨ ਦੀ ਐਂਡ ਤੁਸੀਂ ਡਿਪਰੈਸਡ ਹੋ ਜਾਓਗੇ ਐਂਡ ਉਸ ਦੀ ਜ਼ਿੰਮੇਵਾਰੀ ਵੀ ਫਿਰ ਤੁਹਾਨੂੰ ਲੈਣੀ ਪੈਂਦੀ ਹੈ ਸੋ ਹਾਂਜੀ ਕੋਈ ਤੁਹਾਨੂੰ ਫੋਰਸ ਨਹੀਂ ਕਰੇਗਾ ਉਹ ਰੇਪ ਹੋ ਜਾਏਗਾ ਹਾਂਜੀ ਸੋ ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਕਦੇ ਮਹਿਸੂਸ ਹੋਇਆ ਕਿ ਸਟਰਗਲ ਦੇ ਟਾਈਮ ਕਿਉਂਕਿ ਮੈਨੂੰ ਪਤਾ ਸਟਰਗਲ ਬਹੁਤ ਕੀਤੀ ਹੈ ਜੀ ਸਟਰਗਲ ਦੇ ਟਾਈਮ ਕਦੇ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਯਾਰ ਪੰਗਾ ਜਿਹਾ ਲੈ ਲਿਆ
बहुत बार बहुत बार yeah definitely ਦਾ ਬਹੁਤ ਵਾਰ ਮਹਿਸੂਸ ਹੈ ਕਿ oh god like you know and but ਕਦੇ ਇਦਾਂ ਵੀ I mean ਕਦੇ ਤਾਂ ਹੁੰਦਾ ਸੀ ਕਿ ਛੱਡੋ ਪਰੇ ਯਾਰ ਘਰ ਹੀ ਵਾਪਸ ਜਾਂਦੇ ਆ but then ਮੇਰੇ ਵਿੱਚ ਇੱਕ ਫਾਈਟਿੰਗ ਸਪਿਰਿਟ ਹੈ ਮਤਲਬ ਹਾਰ ਨਹੀਂ ਮੰਨਣੀ you know ਸ਼ਾਇਦ ਉਹ ਮੇਰੀ ਪਰਵਰਿਸ਼ ਵੀ ਹੈ ਤਾਂ ਜਿੰਨਾ ਮੈਂ ਆਪਣੇ ਮਾਂ-ਬਾਪ ਨੂੰ ਮਿਹਨਤ ਕਰਦੇ ਹੋਏ ਦੇਖਿਆ ਵੀ ਹੈ I think ਕਿ ਉਹੀ ਮੇਰੇ ਵਿੱਚ you know ਘੁੰਮ ਫਿਰ ਕੇ ਆ ਗਿਆ ਹੈ ਕਿ ਕੋਈ ਗੱਲ ਨਹੀਂ ਬਸ ਕੋਸ਼ਿਸ਼ ਕਰਦੇ ਰਹੋ so that's it ਸੋ ਸੋਸਾਇਟੀ ਦੇ ਵਿੱਚ ਇਸ ਫੀਲਡ ਦੇ ਵਿੱਚ ਕਿਉਂਕਿ ਹਰ ਇੱਕ ਫੀਲਡ ਦੇ ਵਿੱਚ ਚੰਗੇ ਜਾਂ ਮਾੜੇ ਬੰਦੇ ਹੈਗੇ ਆ ਜੀ ਸੋ ਇਸ ਫੀਲਡ ਦੇ ਵਿੱਚ ਵੀ ਮਾੜੇ ਬੰਦੇ ਬਹੁਤ ਮਿਲੇ ਹੋਣੇ ਆ ਜੀ ਸੋ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਹੈਂਡਲ ਕੀਤਾ ਸੀ ਜਦੋਂ ਮੈਨੂੰ ਲੈਟਸ ਸੇ ਕੋਈ ਮਾੜੇ ਬੰਦੇ ਮਿਲੇ ਨੇ ਇਨ ਦ ਪਾਸਟ ਉਸ ਵਕਤ ਮੇਰੇ ਵਿੱਚ ਨਿਆਣ ਬੁੱਧੀ ਸੀ ਤੇ ਮੇਰੇ ਵਿੱਚ ਇੰਨੀ ਆਈ ਵੁੱਡ ਸੇ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਗਲਤ ਤਰੀਕੇ ਨਾਲ ਗੱਲ ਹੋ ਰਹੀ ਹੈ ਜਾਂ ਮੇਰੇ ਨਾਲ ਫਾਈਨੈਂਸ਼ੀਅਲੀ ਗਲਤ ਹੋ ਰਿਹਾ ਜਾਂ ਫਿਰ ਮੇਰੇ ਕੈਰੀਅਰ ਨਾਲ ਖਿਲਵਾੜ ਹੋ ਰਿਹਾ ਯੂ ਨੋ ਇੱਕ ਉਹ ਪੁਆਇੰਟ ਸੀ ਉਹ ਪੁਆਇੰਟ ਮੇ ਬੀ ਆਈ ਥਿੰਕ ਦੋਜ਼ ਆਰ ਲੈਟਸ ਸੇ 13 14 15 ਮੇ ਬੀ ਉਹ 3 ਸਾਲ ਸੀਗੇ ਹਨਾ ਉਹ ਪੁਆਇੰਟ ਹਾਂ ਇੱਕ ਆਈ ਵੁੱਡ ਸੇ ਹਨਾ ਉੱਥੇ ਫਿਰ ਮੈਨੂੰ ਇੱਕ ਕੰਮ ਵੀ ਵਧੀਆ ਨਹੀਂ ਮਿਲ ਰਿਹਾ ਸੀਗਾ ਲਾਈਕ ਬਟ ਵਨ ਮੂਵੀ ਅ ਈਅਰ ਮੈਂ ਕੀਤੀ ਸੀ ਸਰਦਾਰ ਜੀ ਅਰਦਾਸ ਐਂਡ ਉਸ ਤੋਂ ਬਾਅਦ ਰੱਬ ਦਾ ਰੇਡੀਓ ਉਹ ਤਿੰਨੇ ਹੀ ਲਾਈਕ ਹਿੱਟ ਰਹੀਆਂ ਸੀ ਬਟ ਫਿਰ ਵੀ ਮੈਂ ਸਿਰਫ ਇੱਕ ਮੂਵੀ ਕੀਤੀ ਸੀ ਐਂਡ ਉਹ ਵੀ ਬਹੁਤ ਕਮ ਪੈਸਿਆਂ ਵਿੱਚ ਬਿਕਾਜ਼ ਮੈਨੂੰ ਪਤਾ ਸੀ ਕਿ ਇਹ ਮੇਰੇ ਕੈਰੀਅਰ ਲਈ ਬਹੁਤ ਜ਼ਰੂਰੀ ਹੈ ਯੂ ਨੋ ਐਂਡ ਉਸ ਤੋਂ ਬਾਅਦ ਵੀ ਲਾਈਕ ਮੈਨੂੰ ਇੱਦਾਂ ਦੇ ਲੋਕ ਮਿਲਦੇ ਸੀ ਕਿ ਯੂ ਨੋ ਮੈਨੂੰ ਪਤਾ ਸੀ ਕਿ ਮੈਂ ਇਮੋਸ਼ਨਲੀ ਮੈਨੂੰ ਮੈਨੀਪੂਲੇਟ ਇਮੋਸ਼ਨਲੀ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਾਈਕ ਸਮਟਾਈਮਸ ਮੈਨੂੰ ਇੱਦਾਂ ਲੋਕ ਮਿਲੇ ਸੀ ਕਿ ਜਿੱਦਾਂ ਕਿ ਉਹ ਮੈਨੂੰ ਇੱਦਾਂ ਹੁਣ ਮੈਨੂੰ ਹਾਸਾ ਆ ਰਿਹਾ ਬਟ ਇੱਦਾਂ ਹੁੰਦਾ ਸੀ ਕਿ ਉਹ ਇੱਦਾਂ ਬਿਹੇਵ ਕਰਦੇ ਸੀ ਕਿ ਜੇ ਅਸੀਂ ਤੁਹਾਨੂੰ ਬ੍ਰੇਕ ਦੇ ਰਹੇ ਹਾਂ ਐਂਡ ਆਈ ਵਾਸ ਲਾਈਕ ਮੈਂ 7 ਸਾਲ ਆਲਰੇਡੀ ਇੰਨੀ ਮਿਹਨਤ ਕਰ ਲਈ ਹੈ ਕੁਛ ਨਾਮ ਬਣਾ ਲਿਆ ਹੁਣ ਤੁਸੀਂ ਮੈਨੂੰ ਬ੍ਰੇਕ ਦਿਓਗੇ ਐਂਡ ਆਈ ਵੁੱਡ ਸੇ ਕਿ ਹਾਂ ਲਾਈਕ ਇੱਦਾਂ ਮਹਿਸੂਸ ਕਰਾ ਦਿੰਦੇ ਸੀ ਕਿ ਤੁਸੀਂ ਤਾਂ ਬਸ ਹੁਣ ਫੇਲ ਹੋ ਤੁਸੀਂ ਤਾਂ ਬਸ ਖਤਮ ਹੈ ਕਹਾਣੀ ਐਂਡ ਦੈਨ ਜਦੋਂ ਫਿਰ ਮੇਰੇ ਲਾਈਕ ਫੈਨਸ ਨਾਲ ਇੰਟਰੈਕਸ਼ਨ ਹੋਣੀ ਜਾਂ ਫਿਰ ਲੋਕ ਮੈਨੂੰ ਮਿਲਦੇ ਸੀ ਜਾਂ ਫਿਰ ਮੈਂ ਖੁਦ ਆਪਣੇ ਆਪ ਨੂੰ ਆਪਣਾ ਦੇਖਦੀ ਸੀ ਕਿ ਮੈਂ ਕਰ ਕੀ ਰਹੀ ਹਾਂ ਫਿਰ ਹੌਲੀ ਹੌਲੀ ਮੇਰੇ ਵਿੱਚ ਸੈਲਫ ਕੌਨਫੀਡੈਂਸ ਆਉਣੀ ਸ਼ੁਰੂ ਹੋ ਗਈ ਐਂਡ ਲੱਕਲੀ ਮੈਂ ਕੁਛ ਬਹੁਤ ਹੀ ਚੰਗੇ ਇਨਸਾਨਾਂ ਨੂੰ ਵੀ ਮਿਲੀ ਹਾਂ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਤੂੰ ਸਹੀ ਕਰ ਰਹੀ ਹੈ ਲਾਈਕ ਵਧੀਆ ਐਕਟਿੰਗ ਕਰਦੀ ਹੈ ਤਾਂ ਵਧੀਆ ਨਾਮ ਹੈ ਸੋ ਹੌਲੀ ਮੈਂ ਕਦੇ ਸਟਾਰ ਵਾਲੀ ਫੀਲਿੰਗ ਨਹੀਂ ਲਈ ਓਨੈਸਟਲੀ ਲਾਈਕ ਮੈਨੂੰ ਲੋਕਾਂ ਨੇ ਲੈਣੀ ਨਹੀਂ ਦਿੱਤੀ ਇੰਡਸਟਰੀ ਪੀਪਲ ਜਿਹਨੇ ਮੈਨੂੰ ਉਹ ਇੱਕ ਸੈਕਸ਼ਨ ਮਿਲ ਗਿਆ ਸੀ ਬੁਰੇ ਲੋਕਾਂ ਦਾ ਐਂਡ ਹੁਣ ਇਟਸ ਨਾਟ ਈਵਨ ਲਾਈਕ ਕਿ ਮੈਂ ਸਟਾਰ ਵਾਲੀ ਫੀਲਿੰਗ ਲੈਣਾ ਚਾਹੁੰਦੀ ਹਾਂ ਬਟ ਹੁਣ ਐਟਲੀਸਟ ਮੈਂ ਕੌਨਫੀਡੈਂਟ ਹਾਂ ਕਿ ਮੈਂ ਜੋ ਕਰਦੀ ਹਾਂ ਸਹੀ ਹੈ ਹਾਂ ਠੀਕ ਹੈ ਮਤਲਬ ਬਿੰਦਾਸ ਕਰਦੇ ਰਹੋ ਮਿਹਨਤ ਕਰਦੇ ਰਹੋ ਕੰਮ ਕਰਦੇ ਰਹੋ ਗਰੋ ਕਰਦੇ ਰਹੋ ਐਂਡ ਤੁਹਾਨੂੰ ਦਿਲੋਂ ਖੁਸ਼ੀ ਮਿਲਦੀ ਹੈ ਇਸ ਗੱਲ ਦੀ ਹੁਣ ਖੁਸ਼ੀ ਮਿਲਦੀ ਹੈ ਮੈਂ ਹੁਣ ਆਪਣੇ ਆਪ ਨੂੰ ਆਈ ਵੁੱਡ ਸੇ ਕਿ ਐਕਸੈਪਟ ਆਪਣੇ ਆਪ ਨੂੰ ਹੁਣ ਆਪਣੇ ਆਪ ਨੂੰ ਐਕਸੈਪਟ ਐਂਡ ਪਿਆਰ ਕਰਨਾ ਸ਼ੁਰੂ ਕੀਤਾ ਹੈ ਐਂਡ I'm quite like happy and grateful. Yeah. ਇਸ ਵਕਤ ਮੈਡੀ ਤੱਕਰ ਮਨਦੀਪ ਕੌਰ ਤੱਕਰ ਹੋਣਾ ਸ਼ਾਇਦ ਬਹੁਤ ਸਾਰੇ ਸਾਡੇ ਪਰਿਵਾਰ ਨੂੰ ਮਨਦੀਪ ਕੌਰ ਦਾ ਨਹੀਂ ਪਤਾ ਹੋਊਗਾ ਜੀ ਸੋ ਜਿਹੜੇ ਪਾਸ ਦੇ ਵਿੱਚ ਬਹੁਤ ਸਾਰੇ ਤੁਸੀਂ ਜਾਂ ਐਕਟਰਸ ਦੇ ਨਾਲ ਕੰਮ ਕੀਤਾ ਬਹੁਤ ਸਾਰੇ ਐਸੇ ਸ਼ਖਸੀਅਤਾਂ ਨਾਲ ਕੰਮ ਕੀਤਾ ਜੀ ਜਿਨ੍ਹਾਂ ਤੋਂ ਉਸ ਵਕਤ ਬੜਾ ਬੈਡ ਐਕਸਪੀਰੀਅੰਸ ਰਿਹਾ ਹੋਊਗਾ ਜੀ ਕੀ ਹੁਣ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਗਏ ਇਸ ਵਕਤ ਕੀ ਤੁਸੀਂ ਹੁਣ ਕਦੇ ਉਹਨਾਂ ਵੱਲੋਂ ਆਫਰਸ ਵਗੈਰਾ ਆਈਆਂ ਮੈਂ ਮਨਾ ਕਰ ਦਿੱਤੇ ਹਾਂ ਮੈਂ ਉਹੀ ਪੁੱਛਣਾ ਚਾਹੁੰਦਾ ਸੀ ਹਾਂਜੀ ਮੈਂ ਮਨਾ ਕਰ ਦਿੱਤੇ ਹਾਂ ਤੁਸੀਂ ਕਹਿੰਦੇ ਮੈਂ ਜੁਣ ਕਰਨਾ ਕੰਮ ਹਾਂ ਮੈਂ ਉਹ ਵੀ ਇਦਾਂ ਨਹੀਂ ਕਿ ਲਾਈਕ ਮਨਾ ਕਰ ਦਿੱਤੇ ਕਿ ਤੂੰ ਮੇਰੇ ਨਾਲ ਇਦਾਂ ਕੀਤਾ ਤੇ ਮੈਨੂੰ ਆ ਕਿਹਾ ਤੇ ਮੈਂ ਹਰਟ ਕੀਤਾ ਜਾਂ ਵਗੈਰਾ I'm just like I would just like ਮੈਂ ਨਹੀਂ ਕਰਨਾ ਮੈਂ ਇੰਟਰਸਟ ਨਹੀਂ ਹੈਗੀ ਹਾਂਜੀ ਬਿਲਕੁਲ ਐਂਡ ਬਹੁਤ ਵਧੀਆ ਵੀ ਲੱਗਦਾ ਕਿ ਮੈਂ ਇਸ ਪੋਜੀਸ਼ਨ ਤੇ ਆ ਗਈ ਹਾਂ ਕਿ ਮੈਂ ਉਹ ਮਤਲਬ ਕੌਨਸ਼ੀਅਸਲੀ ਡਿਸੀਜਨ ਲੈ ਸਕਦੀ ਹਾਂ ਯੂ ਨੋ ਸੋ ਯਾ ਪਰ ਇੱਕ ਗੱਲ ਦੀ ਮੈਂ ਇਹ ਤਾਰੀਫ ਕਰਨੀ ਚਾਹੁੰਦਾ ਜੀ ਕਿਉਂਕਿ ਹਮੇਸ਼ਾ ਸੁਣਿਆ ਵੀ ਆ ਤੇ ਅੱਜ ਚਲੋ ਅੱਕੀ ਅਸੀਂ ਦੇਖਿਆ ਵੀ ਤੇ ਮਿਲੇ ਵੀ ਆ ਕਿ ਮੈਂਡੀ ਹੋਣਾ ਦਾ ਸੁਭਾਅ ਇੰਨਾ ਨਿੱਘਾ ਸੁਭਾਅ ਆ ਜਿੱਥੇ ਮਤਲਬ ਅਕਸਰ ਇਸ ਪੋਜੀਸ਼ਨ ਦੇ ਵਿੱਚ ਆ ਕੇ ਨਾ ਹੰਕਾਰ ਬੰਦੇ ਚ ਆ ਜਾਂਦਾ ਬੰਦਾ ਕਹਿੰਦਾ ਯਾਰ ਮੈਂ ਕਿਸਨੇ ਆਉਣੇ ਨਹੀਂ ਦਿੱਤਾ ਕੌਨਫੀਡੈਂਸ ਨਹੀਂ ਆਉਣ ਦਿੱਤੀ ਉਹ ਮਸੀਂ ਲੈ ਕੇ ਆਈ ਆ ਹੰਕਾਰ ਕਿੱਥੋਂ ਆਉਣਾ ਸੀ ਨਹੀਂ ਵਾਕਿਆ ਜੀ ਤੁਹਾਡੇ ਤੁਸੀਂ ਬਹੁਤ ਵਧੀਆ ਐਕਟਿੰਗ ਕਰਦੇ ਹੋ ਤੁਹਾਡੀਆਂ ਫਿਲਮਾਂ ਸੁਪਰ ਹਿੱਟ ਹੋ ਰਹੀਆਂ ਹੁਣ ਮੈਨੂੰ ਵੀ ਪਤਾ ਲੱਗ ਗਿਆ ਥੋੜਾ ਬਹੁਤ ਕਿ ਠੀਕ ਕਰਦੇ ਹੁਣ ਕਾਰ ਨਾ ਲੈ ਕੇ ਆਇਓ ਕਿਤੇ ਬਿਲਕੁਲ ਨਹੀਂ ਮੈਂ ਆਈ ਮੀਨ ਹੁਣ ਪਤਾ ਲੱਗ ਗਿਆ ਕੰਮ ਠੀਕ ਠਾਕ ਆਉਂਦਾ ਹੈ ਹੁਣ ਮੈਂ ਬਸ ਚਾਹਾਂਗੀ ਕਿ ਮੈਂ ਰੋਲਸ ਇਸ ਤਰ੍ਹਾਂ ਦੇ ਕਰਾਂ ਕਿ ਇੱਕ ਤੋਂ ਇੱਕ ਬਿਹਤਰੀਨ ਰੋਲ ਹੋਵੇ ਇੱਕ ਤੋਂ ਇੱਕ ਬਿਹਤਰੀਨ ਮਤਲਬ ਪਰਫਾਰਮੈਂਸ ਦੇਵਾਂ ਸੋ ਹਾਂਜੀ ਹੁਣ ਇਹ ਆ ਗਿਆ ਵਿੱਚ ਹੋਰ ਇਸ ਐਕਟਿੰਗ ਤੋਂ ਬਿਨਾਂ ਹੋਰ ਜ਼ਿੰਦਗੀ ਦੇ ਵਿੱਚ ਕਿਹੜਾ ਸ਼ੌਕ ਰੱਖਦੇ ਹੋ ਯੂ ਨੋ ਖਾਣ ਪੀਣ ਦਾ ਆਈ ਥਿੰਕ ਵਨ ਡੇ ਮੈਂ ਆਪਣਾ ਰੈਸਟੋਰੈਂਟ ਚਾਹਾਂਗੀ ਆਈ ਥਿੰਕ ਫੂਡ ਇਜ਼ ਡੈਫੀਨਿਟਲੀ ਅ ਬਿਗ ਥਿੰਗ ਐਂਡ ਟਰੈਵਲਿੰਗ
ਟਰੈਵਲਿੰਗ ਪਰ travelling ਤੁਹਾਡੀ ਹੁੰਦੀ ਰਹਿੰਦੀ ਹੋਣੀ ਹੈ ਹੁੰਦੀ ਨਾ? ਰਹਿੰਦੀ ਆ ਐਂਡ ਆਈ ਰੀਲੀ ਲਾਈਕ ਮੈਨੂੰ ਵੈਂਕੂਵਰ ਬਹੁਤ ਪਸੰਦ ਹੈ, ਜੀ, ਜੀ। ਕੈਨੇਡਾ ਬਹੁਤ ਪਸੰਦ ਹੈ ਕਿਉਂਕਿ ਨੇਚਰ ਬਹੁਤ ਹੈ ਇੱਥੇ। ਵੈਨਕੂਵਰ ਦੇ ਬੰਦੇ ਵਿੱਚ ਹੀ ਹੈ ਸਰ। ਹਾਂਜੀ ਬਹੁਤ ਅੱਛੇ ਬਹੁਤ ਅੱਛੇ ਨੇ ਐਂਡ ਮੈਨੂੰ ਹਾਂ ਬਹੁਤ ਬ੍ਰੈਥ ਟੇਕਿੰਗ views and sights ਅਸੋਇਸ ਮੈਂ ਸ਼ੂਟ ਕੀਤਾ ਸੀਗਾ ਅੱਛਾ ਜੀ। ਜਦੋਂ ਮਿਰਜ਼ਾ ਦੇ ਟਾਈਮ ਮਿਰਜ਼ਾ ਦੇ ਐਂਡ time। ਓ ਗॉड ਇਟ ਵਾਸ ਲਾਈਕ ਬਹੁਤ ਮੈਨੂੰ ਵਧੀਆ ਹਜੇ ਜੀ। ਵੀ ਲਾਈਕ ਉਹ ਫੀਲਿੰਗ ਲਾਈਕ ਮੈਂ ਮਹਿਸੂਸ ਕਰ ਸਕਦੀ ਹਾਂ ਕਿ ਮੈਨੂੰ ਲਿਟਰਲੀ ਲੱਗਿਆ ਕਿ ਮੈਂ ਜੰਨਤ ਵਿੱਚ ਖੜੀ ਹਾਂ। ਜੀ 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 ਬਿਲਕੁਲ ਵਾਕਈ। ਹੋਰ ਕਿਹੜੇ ਫਿਊਚਰ ਪਲਾਨ ਕੀ ਨੇ, ਕਿਹੜੇ ਤੁਹਾਨੂੰ ਹੋਰ ਕਿਹੜੇ ਫਿਲਮਾਂ ਆ ਰਹੀਆਂ ਨੇ ਇਸ ਚ? ਸੀ ਹੁਣ ਫॉर द ਨੈਕਸਟ ਮੰਥ ਮੈਂ ਇੱਥੇ ਸ਼ੂਟ ਕਰ ਰਹੀ ਹਾਂ ਅੱਛਾ ਜੀ। ਇੱਕ ਫਿਲਮ ਯੈਸ ਆਮ ਸਟੂਡੈਂਟ ਦੈਟਸ ਵਿਦ ਸਿੱਧੂ ਮੂਸੇਵਾਲਾ ਐਂਡ ਉਹਨਾਂ ਦੇ ਡਾਇਰੈਕਟਰ ਨੇ ਮੇਰੇ ਰਾਖੀ ਬ੍ਰਦਰ ਤਰਨਵੀਰ ਜਗਪਾਲ। ਅੱਛਾ। ਹਾਂਜੀ ਐਂਡ ਗਿਲ ਰੌਂਟਾ ਨੇ ਉਹਨਾਂ ਨੇ ਸਕ੍ਰਿਪਟ ਲਿਖੀ ਹੈ। ਲਿਖੀ ਹੈ, ਹਾਂ ਸੋ ਆਮ ਵੈਰੀ ਐਕਸਾਈਟਿਡ। ਅਸੀਂ ਬਸ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਕਰ ਰਹੇ ਹਾਂ ਸ਼ੂਟ ਐਂਡ ਉਸ ਤੋਂ ਇਲਾਵਾ ਇੱਕ ਹੋਰ ਵੀ ਫਿਲਮ ਹੈ ਜੋ ਆਈ ਥਿੰਕ ਮੈਂ ਤੇ ਨਿੰਜਾ ਸ਼ੂਟ ਕਰਾਂਗੇ ਇੱਥੇ ਵੈਂਕੂਵਰ ਇਸ ਸਾਲ ਦੇ ਅੰਦਰ। ਸੋ ਇਸ ਸਾਲ 2 ਫਿਲਮਸ ਪਲਾਨ ਨੇ ਇਨ ਕੈਨੇਡਾ। ਸੋ ਯਾ ਬੀ ਨਾਈਸ ਵਧੀਆ। ਸੋ ਕਦੇ ਫਿਲਮਾਂ ਦੇ ਨਾਲ ਨਾਲ ਕਦੇ ਸਟੇਜ ਸ਼ੋਜ਼ ਕਰਨ ਦਾ ਨਹੀਂ ਮਤਲਬ ਸ਼ੌਕ ਹੈਗਾ? ਨਾਟ ਰੀਲੀ ਕਿਉਂਕਿ ਬਹੁਤ ਸਾਰੇ ਜਿਹੜੇ ਐਕਟਰਸ ਹੈਗੇ ਆ ਕਿਉਂਕਿ ਆਮ ਸਟੇਜ ਸ਼ੋਜ਼ ਵੀ ਆ ਕੇ ਕਰਦੇ ਆ ਤਾਂ ਕਿ ਉਹਨਾਂ ਦੀ ਹਾਜ਼ਰੀ ਲੱਗ ਸਕੇ, ਸਰਕਲ ਬਣਿਆ ਰਹੇ ਜੀ। ਹਾਂਜੀ ਆਈ ਵੁੱਡ ਸੇ ਕਿ ਆਈ ਵੁਡਨਟ ਮਾਈਂਡ ਡੂਇੰਗ ਸਟੇਜ ਸ਼ੋਜ਼ ਐਂਡ ਸਟਫ ਬਟ ਹਜੇ ਫਾਈਨਲੀ ਲਾਈਕ ਮੇਰੇ ਬੈਕ ਟੂ ਬੈਕ ਸ਼ੂਟਸ ਚੱਲ ਰਹੇ ਨੇ ਫਿਲਮਾਂ ਦੇ। ਸੋ ਮੈਂ ਉਸ ਟਾਈਮ ਨੂੰ ਇੰਜੋਏ ਕਰਨਾ ਚਾਹੁੰਦੀ ਹਾਂ ਯੂ ਨੋ ਮੇਬੀ ਲੇਟਰ ਸਟੇਜ ਸ਼ੋਜ਼ ਬਾਰੇ ਸੋਚਾਂਗੇ। ਬਹੁਤ ਵਧੀਆ ਜੀ। ਬੜੀ ਖੁਸ਼ੀ ਅੱਜ ਮਹਿਸੂਸ ਕਰ ਰਹੇ ਹਾਂ ਜੀ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਬਹੁਤ ਵਧੀਆ ਅਸੀਂ ਗੱਲਾਂ ਬਾਤਾਂ ਤੁਸੀਂ ਆਪਣੀ ਜ਼ਿੰਦਗੀ ਬਾਰੇ ਕੀਤੀਆਂ ਜੀ। ਇੱਕ ਵਾਰੀ ਫਿਰ ਤੁਹਾਡਾ ਟਾਈਮ ਤੁਸੀਂ ਕੱਢਿਆ ਲਿਸ਼ਕਾਰਾ ਟੀਵੀ ਦੇ ਸਾਰੇ ਦਰਸ਼ਕਾਂ ਦੇ ਲਈ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਹੋਰ ਵੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਤੇ ਇਸ ਤਰ੍ਹਾਂ ਵਧੀਆ ਫਿਲਮਾਂ ਸਾਡੇ ਜੋ ਸਿਨੇਮਾ ਪ੍ਰੇਮੀ ਆ ਜੀ ਉਹਨਾਂ ਨੂੰ ਲਿਆਉਂਦੇ ਰਹੋ ਤਾਂ ਕਿ ਅਸੀਂ ਸਾਰੇ ਪਰਿਵਾਰਾਂ ਸਮੇਤ ਤੁਹਾਡੀਆਂ ਫਿਲਮਾਂ ਦਾ ਆਨੰਦ ਮਾਣਦੇ ਰਹੀਏ। ਥੈਂਕ ਯੂ ਸੋ ਮਚ। ਥੈਂਕ ਯੂ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਥੈਂਕ ਯੂ।